एबीपी ਸਾਂਝਾ देख रहे दर्शकों का स्वागत है। मैं हाँ ਤੁਹਾਡੇ ਨਾਲ ਭੁੱਲਰਜੀਤ ਸਿੰਘ। ਤਾਂ ਇੱਕ 2018 ਦੇ ਵਿੱਚ ਫਿਲਮ ਆਈ ਸੀ, ਕਾਫੀ ਚੱਲੀ ਸੀ, 32 ਗੁੱਲ ਮੀਟਰ ਚਾਲੂ। मैं जिक्र क्यों कर रहे हैं क्योंकि ਅਸੀਂ ਅੱਜ ਖੜੇ ਹਾਂ ਜ਼ੀਰਕਪੁਰ ਦੇ VIP ਰੋਡ ਦੇ B ਬਲਾਕ ਦੇ ਵਿੱਚ। ਕਰੀਬ 150 ਤੋਂ 200 ਇੱਥੇ ਦੁਕਾਨਾਂ ਨੇ, ਪਰ ਇੱਥੇ ਵੀ ਉਹੀ ਫਿਲਮ ਦੀ ਕਹਾਣੀ ਹੈ ਕਿ ਪੈਸੇ ਦਿੱਤੇ ਹੋਏ ਨੇ, 32 ਗੁੱਲ ਹੈ, ਪਰ ਇੱਥੇ ਮੀਟਰ ਚਾਲੂ ਨਹੀਂ ਹੈਗਾ। ਮੀਟਰ ਬੰਦ ਹੈ, ਜਨਰੇਟਰ ਚਾਲੂ ਨੇ। ਜਨਰੇਟਰ ਕਿਉਂ ਚਾਲੂ ਨੇ, ਕੀ ਕਾਰਨ ਹੈ ਪੈਸੇ ਦੇਣ ਦੇ ਬਾਵਜੂਦ ਵੀ ਜਿਹੜੀ ਬਿਜਲੀ ਨਹੀਂ ਆਈ? ਉਹ ਵੀ ਇੱਥੇ ਜਿਹੜੇ ਦੁਕਾਨਦਾਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਇਹਨਾਂ ਨੂੰ ਦਿੱਕਤ ਆ ਰਹੀ ਹੈ। ਸਰ ਕੀ ਨਾਮ ਹੈ ਤੁਹਾਡਾ ਜੀ? ਮੇਰਾ ਸੁਰਿੰਦਰ ਸਿੰਘ ਜੀ। ਸੁਰਿੰਦਰ ਜੀ, ਕੀ ਕਾਰਨ ਹੈ ਪੈਸੇ ਦੇਣ ਦੇ ਬਾਵਜੂਦ ਵੀ ਜਨਰੇਟਰ ਚਲਾਉਣੇ ਪੈ ਰਹੇ ਨੇ? ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਕਰਦਾ ਕਿ ਤੁਸੀਂ ਸਾਡੇ ਦੁਕਾਨਦਾਰਾਂ ਦੀ ਆ ਕੇ ਪ੍ਰੋਬਲਮ ਨੂੰ ਸੁਣਿਆ ਹੈ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ 2012 ਤੋਂ ਲੋਕ ਇੱਥੇ ਕਿਰਾਏਦਾਰ ਤੇ ਔਰ ਅਸੀਂ ਬਿਜਲੀ ਰੀਚਾਰਜ ਕਰਵਾਉਂਦੇ ਸੀ। ਇੱਕ ਸੁਸਾਇਟੀ ਸੀ ਜਿਹੜੀ ਰੀਚਾਰਜ ਕਰਦੀ ਸੀ। ਰੀਚਾਰਜ ਦੇ ਪੈਸੇ ਵੀ ਅਸੀਂ ਆਮ ਜਿਹੜੀ ਜੋ ਰੇਟ ਸੀਗਾ ਗਵਰਨਮੈਂਟ ਦਾ ਉਹਦੇ ਨਾਲੋਂ 4 ਰੁਪਏ ਪਰ ਯੂਨਿਟ ਅਸੀਂ ਫालतू ਦਿੰਦੇ ਰਹੇ। ਉਸ ਦੇ ਬਾਵਜੂਦ ਇਹਨਾਂ ਨੇ ਉੱਥੇ ਪੈਸੇ ਨਹੀਂ ਜਮ੍ਹਾਂ ਕਰਾਏ। ਅੱਜ ਹੌਲੀ ਹੌਲੀ ਉਹ ਪੈਸੇ ਇੰਨੇ ਇਕੱਠੇ ਹੋ ਗਏ ਕਿ ਜਿਹੜੇ ਪੈਸੇ 20 ਲੱਖ ਤੋਂ ਉੱਪਰ ਹੈ। ਔਰ ਉਹ ਅੱਜ ਬਿਜਲੀ ਵਾਲਿਆਂ ਨੇ ਸਾਡੀ ਬਿਜਲੀ ਕੱਟਤੀ ਹੈ। 4 ਦਿਨਾਂ ਤੋਂ ਅਸੀਂ ਬਿਲਕੁਲ ਬਿਜਲੀ ਤੋਂ ਬਗੈਰ ਹੈ। ਤੁਸੀਂ ਦੇਖ ਰਹੇ ਹੋ ਕਿ ਦੁਕਾਨਾਂ ਦੇ ਬਾਹਰ ਜਨਰੇਟਰ ਚੱਲ ਰਹੇ ਆ। ਕਸਟਮਰ ਦੀ ਗੱਲ ਵੀ ਸੁਣੀ ਨਹੀਂ ਜਾਂਦੀ ਕਿਉਂਕਿ ਜਨਰੇਟਰਾਂ ਦੀ ਇੰਨੀ ਆਵਾਜ਼ ਹੈ। ਅਸੀਂ ਪਾਣੀ ਸਾਡਾ ਬੰਦ ਹੋ ਚੁੱਕਾ ਹੈ। ਪਾਣੀ ਪੀਣ ਤੋਂ ਵੀ ਲੋਕੀ ਤਰ੍ਹਾਂ ਕਰ ਰਹੇ ਆ। ਅਸੀਂ ਰਿਕੁਐਸਟ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਸ ਬੰਦੇ ਨੂੰ ਅਸੀਂ ਇੱਥੇ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਸੀ, ਪ੍ਰਧਾਨ ਹੈ ਨਹੀਂ ਸੀਗਾ। ਤੁਸੀਂ ਪੇਮੈਂਟ ਦਿੱਤੀ ਸੀ, ਉਹ ਸ਼ਖਸ ਕੌਣ ਸੀ ਔਰ ਇੱਥੇ ਕੀ ਕੰਮ ਕਰਦਾ? ਇੱਥੇ ਜੈਨ ਸੀਗਾ, ਉਹਨੇ ਇੱਥੇ ਬਣਾਇਆ ਹੋਇਆ ਸੀਗਾ ਆਪਣਾ ਆਫਿਸ ਸੀਗਾ ਜਿਹੜਾ ਸਾਰੇ ਦੁਕਾਨਦਾਰਾਂ ਦੇ ਰੀਚਾਰਜ ਕਰਦਾ ਸੀ। ਔਰ ਰੀਚਾਰਜ ਕਰਕੇ ਪਲੱਸ 1000 ਰੁਪਏ ਹਰ ਦੁਕਾਨਦਾਰ ਕੋਲ ਮੇਨਟੇਨੈਂਸ ਤੇ ਲੈਂਦਾ ਸੀ। ਜਿਹੜਾ ਉਹ ਰੀਚਾਰਜ ਕਰਦਾ ਸੀ, ਪੈਸੇ ਇਕੱਠੇ ਕਰਦਾ ਸੀ, ਪਰ ਉੱਥੇ ਉਹਨੂੰ ਜਮ੍ਹਾਂ ਨਹੀਂ ਕਰਾਏ। ਅੱਜ ਅਸੀਂ ਆਪਣੀ ਮਾਰਕੀਟ ਦੀ ਇੱਕ ਨਵੀਂ ਕਮੇਟੀ ਬਣਾਈ ਹੈ। ਉਸ ਕਮੇਟੀ ਨੇ ਉਹਨੂੰ ਰਿਕੁਐਸਟ ਕੀਤੀ ਹੈ ਕਿ ਸਾਡੇ ਕੋਲ ਪਿਛਲਾ ਹਿਸਾਬ ਸਾਨੂੰ ਦੇ ਦੇ ਤਾਂ ਕਿ ਅਸੀਂ ਉਹ ਪੈਸੇ ਜਮ੍ਹਾਂ ਕਰਾ ਸਕੀਏ। ਲੱਖਾਂ ਰੁਪਏ ਦਾ ਗਬਨ ਕਰਕੇ ਅੱਜ ਉਹ ਬੰਦਾ ਗਾਇਬ ਹੈ। ਸਾਨੂੰ ਲਾਰਾ ਲਾ ਰਿਹਾ ਕਦੀ ਅੱਜ ਆਵਾਂਗਾ। ਇਹ ਸਭ ਕੁਝ ਕਿੰਨੀ ਦੇਰ ਤੋਂ ਹੋ ਰਿਹਾ ਔਰ ਤੁਹਾਨੂੰ ਕਦ ਤੋਂ ਪਤਾ ਲੱਗਿਆ ਵੀ ਨਹੀਂ ਇਹ ਜਿਹੜੀ 420 ਹੋ ਰਹੀ ਹੈ? ਯਾਰ ਪਤਾ ਸਾਰਾ ਸੀਗਾ। ਇਹ ਦੁਕਾਨਦਾਰ ਬਦਮਾਸ਼ ਨਹੀਂ ਹੈਗੇ, ਇਹ ਦੁਕਾਨਦਾਰ ਸ਼ਰੀਫ ਸੀਗੇ। ਇੱਥੇ ਕਦੀ ਸਾਨੂੰ ਬੌਂਸਰ ਲਿਆ ਕੇ ਡਰਾਉਂਦਾ ਸੀ, ਕਦੀ 10-15 ਬੰਦੇ ਲਿਆਂਦਾ ਸੀ ਔਰ ਆਪਣੇ ਆਪ ਨੂੰ ਇੱਕ ਬੜਾ ਵੱਡਾ ਨੇਤਾ ਸਮਝਦਾ ਸੀਗਾ। ਹਰ ਬੰਦਾ ਡਰਦਾ ਸੀ। ਦੁਕਾਨਦਾਰ ਇਹਨਾਂ ਕੋਲੋਂ ਰੀਚਾਰਜ ਕਰਾਉਂਦੇ ਸੀ। ਰੀਚਾਰਜ ਤੋਂ ਬਗੈਰ ਸਾਡੇ ਗੁਜ਼ਾਰਾ ਨਹੀਂ ਸੀ। ਬਿਜਲੀ ਤੋਂ ਬਗੈਰ ਕੋਈ ਵੀ ਦੁਕਾਨਦਾਰ ਸਰਵਾਈਵ ਨਹੀਂ ਕਰ ਸਕਦਾ ਸੀ। ਅਸੀਂ ਕਰਾਉਂਦੇ ਰਹੇ ਜਦ ਅੰਤ ਆ ਗਿਆ। ਅੱਜ ਬਿਜਲੀ ਵਾਲਿਆਂ ਨੇ ਕੱਟਤੀ ਤਾਂ ਸਾਨੂੰ ਪਤਾ ਲੱਗਾ ਵੀ ਇਹ ਪੈਸੇ ਜਮ੍ਹਾਂ ਨਹੀਂ ਕਰਾਏ ਸੀ। ਸਾਡੇ ਕੋਲ ਪੈਸੇ ਐਡਵਾਂਸ ਲੈ ਕੇ ਬਿਜਲੀ ਦਿੰਦਾ ਰਿਹਾ। ਹੋਰ ਕੀ ਦਿੱਕਤ ਆ ਰਹੀ ਹੈ? ਕਿੰਨੇ ਪੈਸੇ ਲੋਕਾਂ ਤੋਂ ਪਰ दुकानदार तो लंदा सीगा रिचार्ज दे? सर जैसे अभी हमारा भी ये हुआ था कि इसने 15-15 हजार एक ओनर से पैसे लिए कि मैं ये बिजली का बिल वन टाइम में शॉर्ट कर दूंगा। उसके अंदर इसने 18,75,000 रुपए ओनरों से पैसे लिए। वो पैसे लेने के बावजूद भी आज भी 22 लाख वहीं के वहीं खड़ा है। तो इसका भी उसने मसला हल नहीं करा। फिर उसने थोड़ा सा बोर्डों का पैसा लिया, रेडियां लगवाई, 1.25 लाख रुपए इनसे इकट्ठा करा पर मंथ, वो भी अपने अंदर ही खा गया। तो काफी इस तरह की कलेक्शन इकट्ठी करके इसने अपने आप ही यूज करा, मार्केट के हित में कोई पैसा यूज नहीं करा। यही इसकी वही रही है कमी। नहीं तो आज लाइट होती मार्केट में और हम लोग यहाँ ना रहते। ਪੁਲਿਸ ਕੋਲ ਕੰਪਲੇਂਟ ਕੀਤੀ, ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਕਿਉਂਕਿ ਪੁਲਿਸ ਵੀ ਇਹਦੇ ਨਾਲ ਮਿਲੀ ਹੋਈ ਹੈ। ਨਹੀਂ ਤਾਂ ਅੱਜ ਅਸੀਂ ਦੁਕਾਨਦਾਰ ਇਕੱਠੇ ਹੋ ਗਏ ਸੀ ਵੀ ਸਾਡੇ ਕੋਲੋਂ ਇਹਦੇ ਕੋਲੋਂ ਹਿਸਾਬ ਦਵਾਇਆ ਜਾਏ ਔਰ ਸਾਨੂੰ ਦੁਕਾਨਦਾਰਾਂ ਦੇ ਪੈਸੇ ਵਾਪਸ ਦਵਾਏ ਜਾਣ ਤਾਂ ਕਿ ਅਸੀਂ ਬਿਜਲੀ ਦੇ ਪੈਸੇ ਜਮ੍ਹਾਂ ਕਰਾ ਸਕੀਏ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਗਵੰਤ ਮਾਨ ਵੱਲੋਂ ਸਟ੍ਰਿਕਟ ਜਿਹੜੇ ਨੋਟਿਸ ਜਾਰੀ ਕੀਤੇ ਗਏ ਨੇ ਕਿ MLA ਵੀ ਇੱਥੋਂ ਡੇਰਾ ਬਸੀ ਤੋਂ ਆਮ ਆਦਮੀ ਪਾਰਟੀ ਦਾ ਹੀ ਆ, ਉਹਨੂੰ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਸ਼ਿਕਾਇਤ ਦੱਸੀ ਨਹੀਂ? ਕੱਲ ਕੁਝ ਸਾਡੇ ਦੁਕਾਨਦਾਰਾਂ ਨੇ ਉਹਨਾਂ ਨੂੰ ਅਪਰੋਚ ਕੀਤਾ ਹੈ। ਉਹਦੇ ਬ੍ਰਦਰ ਨੇ ਸਾਨੂੰ ਇੰਸ਼ੋਰੈਂਸ ਦਿੱਤੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡਾ ਮਸਲਾ ਹੱਲ ਕਰਾਵਾਂਗਾ। ਪਰ ਫਾਰ ਟਾਈਮਿੰਗ ਅੱਜ ਲੋਕੀ ਤੁਸੀਂ ਦੇਖ ਰਹੇ ਹੋ ਬਿਨਾਂ ਬਿਜਲੀ ਤੋਂ ਲੋਕੀ ਬਾਹਰ ਖੜੇ ਨੇ, ਦੁਕਾਨਾਂ ਫੇਲ ਹੋਈਆਂ, ਬੈਂਕਾਂ ਤੋਂ ਲੋਕਾਂ ਨੇ ਪੈਸੇ ਲਏ ਹੋਏ, ਵਿਆਜ ਉਹ ਨਹੀਂ ਛੱਡ ਰਹੇ, ਕਿਰਾਇਆ ਉਹ ਨਹੀਂ ਛੱਡ ਰਹੇ, ਅਸੀਂ ਮਰ ਰਹੇ। ਮਤਲਬ ਸਾਡਾ ਅੱਜ ਕੌਣ ਬਾਲੀ ਵਾਸਤਾ ਸਾਡਾ? ਤੁਸੀਂ ਕਿਹਾ ਪੁਲਿਸ ਨਹੀਂ ਸੁਣ ਰਹੀ, ਪੁਲਿਸ ਕੋ ਕੰਪਲੇਂਟ ਲਿਖਾਉਣ ਗਏ ਸੀ ਤਾਂ ਪੁਲਿਸ ਵਾਲੇ ਕੀ ਕਹਿ ਰਹੇ ਨੇ? ਕੀ ਕਹਿ ਰਹੇ ਨੇ? ਪੁਲਿਸ ਵਾਲੇ ਕੁਝ ਨਹੀਂ ਕਹਿ ਰਹੇ, ਉਹਦੀ ਗੱਲ ਸੁਣ ਰਹੇ ਆ। ਪੁਲਿਸ ਵਾਲੇ ਅਗਰ ਅੱਜ ਪੁਲਿਸ ਵਾਲੇ ਚਾਹੁੰਦੇ ਉਹਨੂੰ ਬੁਲਾਉਂਦੇ ਔਰ ਸਾਨੂੰ ਬੁਲਾਉਂਦੇ ਕੁਝ ਨਾ ਕੋਈ ਫੈਸਲਾ ਕਰਾਉਂਦੇ, ਕਿਸੇ ਨੇ ਕੋਈ ਫੈਸਲਾ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਅੱਜ ਦੁਕਾਨਦਾਰ ਤੁਸੀਂ ਸਾਰੇ ਦੇਖ ਰਹੇ ਹੋ, ਸਾਰੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਅਸੀਂ ਬਿਲਕੁਲ ਮਤਲਬ ਅੱਜ ਬਿਲਕੁਲ ਸੜਕ ਤੇ ਬੈਠੇ ਹਾਂ ਜੀ। ਕੀ ਨਾਮ ਹੈ ਸਰ ਤੁਹਾਡਾ? डॉक्टर रुपिंदरपाल सिंह नाम है जी मेरा। ठीक है, मेरा क्लीनिक है ब्लॉक च। 4 दिन हो गए लाइट है नहीं। एमरजेंसी वाले पेशेंट सानू वापस भेजने पै रहे हैं। पेशेंट पेन च आउंदा
ਅਸੀਂ ਵਾਪਸ ਭੇਜ ਰਹੇ ਹਾਂ। ਕੀ ਕਰ ਸਕਦੇ ਆ? ਕੁਝ ਵੀ ਨਹੀਂ ਕਰ ਸਕਦੇ। ਜਨਰੇਟ ਉਹ ਇਨਵਰਟਰ ਆ ਉਹ ਵੀ ਖਤਮ ਹੋ ਗਏ। ਜਿਹੜਾ ਬੰਦਾ ਰੀਚਾਰਜ ਕਰਦਾ, ਜਿਸ ਨੂੰ ਤੁਸੀਂ ਪੈਸੇ ਦਿੱਤੇ ਸੀ, ਉਸ ਬੰਦੇ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕੀ ਕਹਿ ਰਿਹਾ? ਉਹ ਕਹਿੰਦਾ ਜੀ ਮੇਰੇ ਹੱਥ ਪੱਲੇ ਕੁਝ ਹੈ ਹੀ ਨਹੀਂ, ਉਹ ਤਾਂ ਹੱਥ ਖੜੇ ਕਰੀ ਜਾਂਦਾ। ਨਹੀਂ, ਜਿਹੜੀ ਪੇਮੈਂਟ ਸੀ ਪੁੱਛਣੀ ਕਿੱਥੇ ਗਈ ਤੁਹਾਡੀ ਪੇਮੈਂਟ? ਅਸੀਂ ਸਾਡੇ ਕੋਲ ਰਸੀਦਾਂ ਹੈਗੀਆਂ। ਉਹ ਕਹਿੰਦਾ ਹੁਣ ਮੇਰੇ ਕੋਲੇ ਕੋਈ ਹਿਸਾਬ ਕਿਤਾਬ ਨਹੀਂ ਜੀ, ਨਵੀਂ ਕਮੇਟੀ ਨੂੰ ਪੁੱਛੋ। ਉਹ ਤਾਂ ਪੱਲੇ ਹੀ ਝਾੜੀ ਜਾਂਦਾ, ਫੋਨ ਹੀ ਨਹੀਂ ਚੱਕਦਾ। ਉਹ ਹਿਸਾਬ ਹੀ ਨਹੀਂ ਦੇ ਰਿਹਾ ਭਾਈ ਸਾਹਿਬ। ਜਿਹੜੇ ਆਪ ਦੇ ਐਮਐਲਏ ਸਾਹਿਬ ਸੀ, ਉਹਨਾਂ ਦੇ ਦਫ਼ਤਰ 'ਚ ਮੀਟਿੰਗ ਹੋਈ ਸੀ, ਉਹ ਮੰਗਲਵਾਰ ਤੱਕ ਦਾ ਟਾਈਮ ਲੈ ਗਿਆ ਜੀ। ਮੰਗਲਵਾਰ ਨੂੰ ਫਿਰ ਉਹ ਟਾਈਮ ਦੇ ਦੇਗਾ। ਤਾਂ ਇੱਥੇ ਤਾਂ ਦੁਕਾਨਦਾਰ ਤਾਂ ਪਰੇਸ਼ਾਨ ਨੇ ਬਿਨਾਂ ਲਾਈਟ ਤੋਂ। ਲਾਈਟ ਦਾ ਮਸਲਾ ਹੱਲ ਨਹੀਂ ਹੋ ਰਿਹਾ। ਐਕਸ਼ਨ ਸਾਹਿਬ ਕਹਿੰਦੇ ਨੇ ਪੈਸੇ ਭਰੋ ਤਾਂ ਲਾਈਟ ਚੱਲੇਗੀ। ਇੱਥੇ ਜਨਰੇਟਰ ਚਲਾ ਕੇ ਪ੍ਰਧਾਨ ਜੀ ਸੀ ਜਿਹੜੇ ਪवन जैन जी, ਉਹਨਾਂ ਨਾਲ कम से कम 5 मीटिंग हो गई हैं जी। हर बार वो टाइम ले जाते हैं, 1 दिन का टाइम, 2 दिन का टाइम, 3 दिन का। इस बार उन्होंने मंगलवार का टाइम लिया। वो एक सीए से कागज ले आते हैं जी, मैंने इतने पैसे इकट्ठे करे, बैंक में इतने जमा करा दिए। प्रॉपर रसीद डे बुक के हिसाब से नहीं दे रहे हिसाब, जो प्रॉपर हिसाब होता है कि कितना पैसा आया, कितना खर्च हुआ। वो मेंटेनेंस का तो हिसाब ही नहीं है। अप्रोक्सीमेट 2 लाख रुपया हर मंथ इकट्ठा होता है ब्लॉक से, ए और बी से, और खर्चा जोर मार के 50,000, 60,000, 70,000 है। और 15 महीनों से 15 लाख तो यही हिसाब नहीं है। कम से कम 1 लाख रुपया बचता है मेंटेनेंस का। और उसके बाद बोर्ड का है, उसके बाद यहाँ पे रेडियां लगती थी। अप्रोक्सीमेट 2 से 3 लाख बचता है इस ब्लॉक को, और 45 लाख तो ये होगा। बाकी बिजली बिल में जो इकट्ठे होने के बाद मीटर, हमने एक्शन साहब से पूछा कि हमें यूनिट क्या रेट पड़ती है। वो कहते 9 से 10 रुपए के बीच में पड़ती है। और अप्रोक्सीमेट यहाँ हमारे से 13 से 15 रुपए रिचार्ज करवा रहे हैं प्राइवेट। उसमें भी ਜਿਹੜੇ ਬਾਕੀ ਦੇ ਪੈਸੇ ਨੇ ਉਹ ਕਿੱਥੇ ਜਾ ਰਹੇ ਨੇ? वो सब जैन साहब की जेब में जा रहे हैं। जो ਨਹੀਂ, ਇਹ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਸੀ ਵੀ ਅਸੀਂ ਇੰਨੇ ਫालतू पैसे क्यों दे रहे हैं? पता था जी। जब भी क्या होता था, हम रिचार्ज करवाने जाते थे तो वो रिचार्ज ही नहीं करते थे। रिचार्ज ही नहीं करते थे। कहते मेंटेनेंस दो, रिचार्ज। वहां पे दुकान पे कस्टमर खड़े हैं या हम कोई काम कर रहे हैं तो फटाफट रिचार्ज करो। धमकी देते थे कि हम रिचार्ज नहीं करेंगे। ਹਾਂ, ਤੁਸੀਂ ਕਹਿ ਰਹੇ ਸੀ। ਸਾਨੂੰ ਇਹ ਪੂਰਾ ਸ਼ੱਕ ਹੈ ਜਿਹੜਾ ਮੰਗਲਵਾਰ ਦਾ ਟਾਈਮ ਦਿੱਤਾ, ਸਾਡੇ ਪੈਸੇ ਇਕੱਠੇ ਕਰਕੇ ਉਹਨੇ ਆਪਣਾ ਇੱਕ ਸ਼ੋਰੂਮ ਬਣਾਇਆ, ਜਿਹਦਾ ਮੰਗਲਵਾਰ ਨੂੰ ਕੱਲ ਉਹਦੀ ਓਪਨਿੰਗ ਹੈ। ਔਰ ਮੰਗਲਵਾਰ ਨੂੰ ਓਪਨਿੰਗ ਕਰ ਰਿਹਾ, ਜਿੱਥੋਂ ਇੱਥੋਂ ਪੈਸੇ ਇਕੱਠੇ ਕਰਕੇ ਉਹਨੇ ਆਪਣਾ ਸ਼ੋਰੂਮ ਲੈ ਲਿਆ। ਸਾਨੂੰ ਅੱਜ ਸੜਕ ਤੇ ਕਰਤਾ, ਆਪਣਾ ਸ਼ੋਰੂਮ ਉਹ ਨਵਾਂ ਬਣਾ ਲਿਆ। ਔਰ ਉਹ ਪੁੱਛਿਆ ਜਾਏ ਵੀ ਇਹ ਸ਼ੋਰੂਮ ਤੋਂ ਕਿੱਥੋਂ ਬਣਾਇਆ? ਇੱਥੇ ਕਿਰਾਏ ਤੋਂ ਇੱਕਦਮ ਸ਼ੋਰੂਮ। ਅਸੀਂ ਅੱਜ ਦੀ ਰੇਟ ਤੇ ਰੋਟੀ ਤੋਂ ਬਾਜ਼ਾਰ ਹੋਏ ਪਏ ਹਾਂ। ਔਰ ਉਹਨੇ ਆਪਣਾ ਸ਼ੋਰੂਮ ਬਣਾ ਲਿਆ। ਕੱਲ ਉਹਦੀ ਓਪਨਿੰਗ ਹੈ, ਇਸੇ ਕਰਕੇ ਉਹਨੇ ਮੰਗਲਵਾਰ ਦਾ ਟਾਈਮ ਦਿੱਤਾ ਹੈ ਕਿ ਮੰਗਲਵਾਰ ਤੱਕ ਮੈਨੂੰ ਜਦ ਮੰਗਲਵਾਰ ਨੂੰ ਉਹਦੀ ਓਪਨਿੰਗ ਹੈ। ਕੁਝ ਲੇਡੀਜ਼ ਵੀ ਆਈਆਂ ਨੇ। ਹਾਂਜੀ, ਤੁਸੀਂ ਵੀ ਇੱਥੇ ਤੁਹਾਡਾ ਤੁਸੀਂ ਵੀ शॉप बिल्कुल परेशान है सर। मैंने अभी भी कल जो आपने लिस्ट डाली है उसमें डाला गया है कि मेरा अभी भी पेंडिंग आ रहा है, जबकि वो मुझसे, मैं प्रूफ दे सकती हूँ कि मैं 15,000 पहले दे चुकी हूँ, फिर भी मेरा पेंडिंग में डाल रखा है। ऐसे तो पता नहीं कितने लोगों का उसने पेंडिंग में डाला होगा और पैसे भी ले लिए और सारे पैसे खा गया। और आज भी इलेक्ट्रिसिटी कटी पड़ी है हमारी, हम परेशान हो रहे हैं। ਕਿੰਨੇ ਦਿਨਾਂ ਤੋਂ ਬਿਜਲੀ ਗੁੱਲ ਹੈ? कम से कम 4-5 दिन हो गए। आज 5 दिन हो गए, 5 दिन हो गए आज लाइट गुल है। ਗਰਮੀ ਦਾ ਮੌਸਮ ਹੈ, ਕਿੰਨੀ ਦਿੱਕਤ ਆ ਰਹੀ ਹੈ ਔਰ ਕਸਟਮਰ ਤੇ ਕਿੰਨਾ ਇਫੈਕਟ ਪੈ ਰਿਹਾ? सर कस्टमर तो इरिटेट हो रहा है, बल्कि आके यही पूछता है कि मार्केट में क्या इशू है। और देखो जनरेटर देखो कितना कॉस्टली पड़ता है, ये हर किसी को पता है। आज के टाइम में पेट्रोल के रेट्स और ये सब चीजें कितना इशू करती है। इतनी ज्यादा प्रॉब्लम है और उनको कोई भी प्रॉब्लम नहीं है जिन्होंने ये क्रिएट किया है। इतने शोर में कस्टमर अंदर एंटर भी नहीं करना चाह रहा कि नॉइज पोल्यूशन है और एयर पोल्यूशन है, इस करके एंटर भी नहीं करना चाह रहा कस्टमर अंदर। ये भी देखो मार्केट का पैसा ही नहीं लिया है उन्होंने। जितनी भी आउटर पे जो भी वो काम कराते थे, उनका इलीगल पैसा वो अपनी पॉकेट में डालते थे। सबकी कोई भी उन्होंने काम कराना, पैसा दो और उनसे काम करा लो। इवन कि पहले जो मार्केट का जो मेंटेनेंस चार्जेस था वो 250 और 300 था। लास्ट 5 तक हो चुका था, लेकिन 5 के बाद उन्होंने किसी को कोई इन्फॉर्मेशन नहीं दी और जैन से उन्होंने कह दिया कि जनवरी से आपका 1000 है। अब उन्होंने 1000 के बाद भी ये बोला है कि मैं इसको इंक्रीज करके 2000 करूंगा। नो इन्फॉर्मेशन एनीबडी, शॉपकीपर कोई उनका वो लेना देना नहीं था इसी से। बिना किसी की वोटिंग के और बिना किसी उसके, वो अपने आप मन मर्जी के साथ उन्होंने अपना ये सब काम किया। देखिए, मैं बैंक से रिटायर्ड हूँ। जब से मेंटेनेंस दे रहे हैं तब से आज तक, इन एडिशन टू ऑल दिस पीपल आई एम टेलिंग यू, इन लोगों ने कभी हिसाब किताब नहीं दिया। ना कभी बैलेंस शीट बनी, ना कभी प्रिंट हुई, ना कभी सोसाइटी के इलेक्शन हुए। 15-15 रुपए लेके रख लिए हैं, उसके बाद उसका कोई हिसाब किताब नहीं। अब वो कह रहे हैं मेरा ये बिल पहले से ही पेंडिंग है। अभी का सोल्यूशन ये मैं सजेस्ट कर रहा था कि इससे पहले बिजली वाली पूरी पेमेंट लेके बिल भर के उसके बाद हिसाब किताब ले लेंगे।
अब वो कह रहा है जिसे पहले वाला उसका प्रधान का पेंडिंग था। ਨਹੀਂ ਜਿਹੜਾ ਪੈਂਡਿੰਗ ਬਿੱਲ ਤੁਸੀਂ ਐਕਸ਼ਨ ਸਾਹਿਬ ਨੂੰ ਮਿਲੇ ਹੋ ਉਹ ਕਿੰਨੀ ਦੇਰ ਤੋਂ ਪੈਂਡਿੰਗ ਬਿੱਲ ਆ? ਲਾਸਟ ਬਿੱਲ ਪੈਂਡਿੰਗ ਹੈ, ਉਸ ਤੋਂ ਪਿਛਲਾ ਵੀ ਹੈ? उससे पहले भी है, 3-4 महीने इकट्ठा ही है। लास्ट ईयर से ये प्रॉब्लम है। लास्ट ईयर भी हमारी लाइट काटी गई थी, पर मार्केट में जो न्यू लोग हैं उनको नहीं पता। जो ऑनर्स हैं उन्हीं को कुछ ये चीजें पता है। इवन की एक चीज और है, मार्केट में हमारी लिफ्ट लगी हुई है, ये चीजें हर किसी को नहीं पता है? तो मार्केट में से उन्होंने लिफ्ट भी निकाल ली है। इवन की मार्केट में एक फाउंटेन है, वो फाउंटेन भी उन्होंने निकाल लिया। वो सब चीजें कहाँ गई मार्केट की, नोबडी नोज। ये मैटर सीबीआई इंक्वायरी करवा के दे देना चाहिए। सीबीआई को दे दो, सारा कुछ निकला है, ऐसा कुछ नहीं है। ये प्रधान ही मिला हुआ है, पहले वाला प्रधान ही मिला हुआ था, मैं ओपनली बता रहा हूँ। अभी उसके अकाउंट से मेरे पास है, सारा कुछ है मेरे पास रिकॉर्ड है। सर ਇਹ ਬਿਲਕੁਲ ਠੀਕ ਕਹਿ ਰਹੇ ਆ, ਸੀਬੀਆਈ ਨੂੰ ਸੌਂਪਿਆ ਜਾਏ। ਇਹ ਬਦਮਾਸ਼ ਬੰਦਾ ਹੈਗਾ, ਇਹ ਇੰਨੀ ਜਲਦੀ ਕਿਸੇ ਨੂੰ ਰਸਤਾ ਨਹੀਂ ਦੇਗਾ। ਡੇਟਾ ਤੇ ਡੇਟਾ ਪਾਏਗਾ, ਕੋਈ ਰਸਤਾ ਨਹੀਂ ਹੈਗਾ। ਰੀਚਾਰਜ ਕਰਾਉਣ ਜਾਓ ਦਬਕੇ ਮਾਰਦਾ ਹੈ, ਠੀਕ ਹੈ। ਇਹਦਾ ਹੋਰ ਕੋਈ ਕੰਮ ਨਹੀਂ, ਗਰੀਬਾਂ ਬੰਦਿਆਂ ਨੂੰ ਲੁੱਟਣਾ ਹੈਗਾ ਵੇ, ਰੇੜੀਆਂ ਵਾਲੇ ਕੋਲੋਂ ਪੈਸਾ ਖਾਣਾ ਵੇ। ਮੈਂ ਸਭ ਤੋਂ ਪੁਰਾਣਾ ਬੰਦਾ ਵਾਂ, 10 ਸਾਲ ਤੋਂ ਮੇਰੀ ਦੁਕਾਨ ਹੈ ਇੱਥੇ, ਮਮਸ ਐਂਡ ਬੇਬੀ ਸਮਾਈਲ। ਸਭ ਤੋਂ ਪਹਿਲਾ ਬੰਦਾ ਵਾਂ ਇੱਥੇ, ਰੇਤ ਉੱਡਦੀ ਸੀ, ਪੇਵਰ ਲੱਗੇ ਹੋਏ ਸੀ, ਸਭ ਤੋਂ ਪਹਿਲੀ ਦੁਕਾਨ ਹੈ। ਮੈਂ ਤਦੋਂ ਇਹਨੂੰ 6 ਸਾਲ ਹੋਏ ਆ। ਇੰਨੀ ਦੇਰ ਤੋਂ ਕੰਮ ਚੱਲ ਰਿਹਾ, ਤੁਸੀਂ ਪਹਿਲਾਂ ਕਿਉਂ ਨਹੀਂ ਰੋਕਿਆ? ਸਰ ਪਹਿਲੇ ਇਹਨੇ ਦੁਕਾਨਦਾਰ ਨਹੀਂ ਸੀ, ਮਾਰਕੀਟ ਹੁਣ ਸਟੈਬਲਿਸ਼ ਹੋਈ ਹੈ 3-4 ਸਾਲ ਤੋਂ। ਜਦੋਂ ਦੀ ਇਹ ਪ੍ਰੋਪਰ ਹੁਣ ਸਟੈਬਲਿਸ਼ ਹੋਈ ਹੈ ਤੇ ਇਹਨੂੰ ਰਸਤਾ ਮਿਲ ਗਿਆ ਕਿ ਹੁਣ ਮੈਂ ਠੱਗਣਾ ਲੋਕਾਂ ਨੂੰ ਸ਼ੁਰੂ ਕਰਦਾ। ਲੋਕਾਂ ਕੋਲੋਂ 15-15 ਹਜ਼ਾਰ ਰੁਪਏ ਲੈ ਲਏ, ਹੋਰਡਿੰਗ ਦੇ ਪੈਸੇ ਲੈ ਲਏ, 30-30 ਹਜ਼ਾਰ ਰੁਪਏ ਲੈ ਲਏ। ਜਿਹੜਾ ਕੈਸ਼ ਹੁੰਦਾ ਸੀ ਉਹ ਆਪਣੇ ਕੋਲ ਰੱਖਦਾ ਸੀ, ਜਿਹੜਾ ਵਾਈਟ ਦੇ ਪੈਸੇ ਸੀ ਉਹ ਬੈਂਕ 'ਚ ਜਾ ਰਹੇ ਆ। ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਇਹਦੇ ਕੋਲ। ਕੋਈ ਵੀ ਬੰਦਾ ਰੀਚਾਰਜ ਵੀ ਕਰਾਉਣ ਚਲਾ ਜਾਏ, ਇਹਨੂੰ ਮੈਨਰਸ ਨਹੀਂ ਹੈ, ਬਿਲਕੁਲ ਗੱਲ ਕਰਨ ਦੇ ਮੈਨਰਸ ਨਹੀਂ ਹੈ, ਬੋਲਣ ਦੇ ਮੈਨਰਸ ਨਹੀਂ ਹੈ। ਚਲਾ ਜੇ ਦਬਕੇ ਮਾਰਦਾ ਦੁਕਾਨ ਤੇ ਜਾ ਕੇ। ਇਹਦੇ ਨਾਲ ਤੁਸੀਂ ਖੁਦ ਗੱਲ ਕਰੋ ਇੱਕ ਵਾਰੀ ਕਿ ਇਹਨੂੰ ਬੋਲਣ ਦੀ ਸੈਂਸ ਹੈ, ਬਿਲकुल ਸੈਂਸ नहीं ਇਹਨੂੰ ਬੋਲਣ ਦੀ। हाँ जी। और इन्होंने हरासमेंट ऐसे भी क्रिएट करी हुई है, मतलब इन्होंने कभी ये चीज डिस्क्लोज नहीं करी कि जो बिजली का बिल पेंडिंग चल रहा है, जिसके कारण इन्होंने कट ऑफ किया है, वो कितनी देर का पेंडिंग अमाउंट है। बिकॉज 35 लाख के नियर अबाउट अमाउंट शो कर रहे हैं, तो वो 1 महीने या 2 महीने का तो बिल्कुल नहीं हो सकता। वो 6 का है, वो 8 का है, वो 2-4 सालों का है, वो इनको डिस्क्लोज करना पड़ेगा। मतलब कितनी देर हम ये हरासमेंट, ये जनरेटर्स चल रहे हैं, ये पेट्रोल डीजल, तो ये कितना, एक तरफ तो इन चीजों के रेट बढ़ गए, इधर से हमारी ये हरासमेंट, होर्डिंग, बोर्डिंग, इन सबके चार्जेस कहाँ जा रहे हैं। तो वी हैव टू ब्लेम दैट पर्सन ओनली। और अगर जब भी हम कोई आवाज उठाते हैं, यहाँ पे एक अच्छा सिस्टम है, जब भी कोई चीज हम बाहर स्टॉल्स वगैरह मेंटेन कर रहे हैं कि डाउनस्टेयर्स शॉप्स हैं या अपस्टेयर शॉप्स हैं, वो वर्किंग नहीं कर पा रही किसी भी वे से, तो ये कोई मेथड थोड़ी हुआ कि एमसी वालों को बुला लो। तो पहले तो यही हमें क्लेरिफाई कर दो कि ये जो प्लेस है वो एमसी का है या मार्केट वालों का है। अगर तो ये एमसी का है तो फिर सफाई का और ये सब चार्जेस उनके होने चाहिए, फिर मेंटेनेंस बिल्कुल इनवैलिड है जो हम पे कर रहे हैं। और अगर ये मार्केट वालों की है तो जितना भी हम सफाई का खर्चा पे कर रहे हैं वो इंडिविजुअल भी कर रहे हैं और वो एज पर मेंटेनेंस भी कर रहे हैं, तो दोनों तरीके से तो वैलिड ही नहीं है हमारे लिए। हम तकरीबन जब इस मार्केट में आए हैं, मॉम्स एंड वाले 10 ईयर्स ओल्ड हैं, हम 8 ईयर्स ओल्ड हैं, तो हम क्या देख रहे हैं, पहले 300 रुपए मंथ होता था, फिर 500 हो गया, फिर 600 हो गया, फिर 1000 हो गया। तो अब इन ओकेजन्स में हमसे 4000 रुपए एक्स्ट्रा ले रहे हैं, हमसे भी 4-4 उसके बदले में ਤੁਹਾਨੂੰ फैसिलिटी कोई नहीं मिल रही? भी नहीं मिल रहा, हमें कुछ भी नहीं मिल रहा। और हमें बल्कि जो बिजली का चार्जेस एक्स्ट्रा पे करेंगे वो भी, और उल्टा हमें रिवर्ट बैक किया जाए जो अमाउंट हमसे इतनी देर से ले रहे हैं। अभी भी ये जो जनरेटर का खर्चा है सब डेकर वाले के पास डालो जो खा रहे हैं पैसे। हमें सर सीधा साधा धमकाया जाता था। जो भी त्योहारों पे स्टॉल लगते थे, अगर आपने स्टॉल का पैसा दे दिया तो आपका स्टॉल लग गया, अगर मैंने पैसा पे नहीं किया तो कमेटी वाले मेरा स्टॉल उठा के ले जाएंगे, अगर मैंने कोई मेंटेनेंस नहीं दी तो मेरा बिजली का रिचार्ज नहीं होगा। धमकाया जाता था, दे दो तो बिजली आएगी, नहीं तो नहीं आएगी, नहीं तो आपका सामान कमेटी वाले उठा के लेके जाएंगे। चोर बाजारी सीधी बना रखी थी। और ये सारा कुछ दिसंबर से चल रहा है। जो बिजली का पेंडिंग बिल है ना, दिसंबर 2021 के बाद से शुरू हुआ है। इन्होंने क्या किया है कि इन्होंने सारे पैसे जमा नहीं कराए हैं, किस्तों में पैसे जमा कराते थे। 10 लाख का बिजली का बिल आया, 2 लाख जमा करा दिया, 8 लाख यूज कर लिया, फिर दोबारा बिल आया उसमें जमा करा दिया। वो बढ़ते 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 ऐसे बढ़ता चला गया। ये अपने पैसे वो पैसे यूज करते रहे, प्रॉपर बिल नहीं क्लियर हुआ, जबकि नवंबर तक के सारे प्रॉपर बिल क्लियर थे। ये दिसंबर से शुरू हुआ है, दिसंबर से बिल लेट करने शुरू कर दिया अपने। अब कहाँ पैसे इन्होंने खर्च किए, कहाँ नहीं किए। हमने तो सारे पैसे दिए इनको रिचार्ज के। ਜਿਹੜੇ ਬਾਕੀ ਤੁਸੀਂ ਕਹਿ ਰਹੇ ਹੋ ਵੀ ਕਾਫੀ ਲੰਬੇ ਸਮੇਂ ਤੋਂ ਜਿਹੜੇ ਪ੍ਰੀਪੇਡ ਮੀਟਰ ਲੱਗੇ ਹੋਏ ਨੇ, ਤੁਸੀਂ ਪ੍ਰੀਪੇਡ ਮੀਟਰ ਨੂੰ ਹੁਣ ਸਹੀ ਸਮਝ ਰਹੇ ਹੋ? ਨਹੀਂ ਸਰ ਬਿਲਕੁਲ ਗਲਤ ਹੈ। PSPCL ਦੇ ਮੀਟਰ ਲੱਗਣੇ ਚਾਹੀਦੇ ਹੈ, ਠੀਕ ਹੈ। ਔਰ ਦੀਵਾਲੀ ਤੇ ਇੱਕ ਹਰਾਸਮੈਂਟ ਹੋਰ ਬਹੁਤ ਵੱਡੀ ਹੈ। ਸਾਰੇ ਜਿੰਨੇ ਵੀ ਦੁਕਾਨਦਾਰ ਹੈ ਕਿਰਾਏ ਤੇ ਬੈਠੇ ਹੋਏ ਹੈ, ਉਹ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਦੀਵਾਲੀ ਤੇ ਟੈਂਟ ਲਗਾਉਂਦੇ ਹੈ, ਲੇਕਿਨ ਇਹ ਜੋ ਪਵਨ ਜੈਨ ਹੈ ਇਹ
ਅਨਆਥੋਰਾਈਜ਼ਡ ਟੈਂਟ ਬਾਹਰ ਮਾਰਕੀਟ 'ਚ ਸਿੱਧਾ ਲਗਵਾਉਂਦਾ ਹੈ ਔਰ 15-15 20-20 ਹਜ਼ਾਰ ਰੁਪਏ ਲੈ ਕੇ ਆਪਣੀ ਜੇਬ ਵਿੱਚ ਪਾਉਂਦਾ ਹੈ, ਜੋ ਕਿ ਗਲਤ ਹੈ। ਦੇਖੋ ਸਾਰਾ ਸਾਲ ਹੈ, ਲੋਕ ਬੈਠਦੇ ਆ, ਮਿਹਨਤ ਕਰਦੇ ਆ ਆਪਣੇ ਕਲਾਇੰਟ ਜਿਹੜੇ ਪ੍ਰੀਪੇਡ ਮੀਟਰ ਨੇ, ਕੀ ਤੁਸੀਂ ਆਪ ਨਹੀਂ ਰੀਚਾਰਜ ਕਰ ਸਕਦੇ ਆਪਣਾ ਮੀਟਰ? ਨਹੀਂ ਕਰ ਸਕਦੇ, ਸਾਰੀ ਕਮਾਂਡ ਇਹਦੇ ਹੀ ਹੱਥ 'ਚ ਹੈ। ਉਹਦਾ ਕਾਰਨ ਕੀ ਹੈ, ਕਿਉਂ ਨਹੀਂ ਕਰ ਸਕਦੇ? ਸੰਜੀਵ ਖੰਨਾ ਜੀ ਹੈਗੇ ਆ ਜਿਨ੍ਹਾਂ ਨੇ ਇਹ ਮਾਰਕੀਟ ਬਣਾਈ ਹੈ, ਬਿਲਡਰ ਬੰਦੇ ਆ, ਉਹ ਸਾਰਾ ਇਹਨਾਂ ਨੂੰ ਚਾਰਜ ਇਹਨਾਂ ਨੂੰ ਦੇ ਰੱਖਿਆ ਹੈ, ਪਵਨ ਜੈਨ ਜੀ ਨੂੰ, ਉਹਨਾਂ ਨੂੰ ਦਿੱਤਾ ਰੀਚਾਰਜ ਦਾ ਸਾਰਾ ਸਿਸਟਮ, ਲੇਕਿਨ ਉਹ ਅੱਗੇ ਕੋਈ ਪੰਜਾਬ ਦੇ ਵਿੱਚ ਲੱਗਣੇ, ਸਰਕਾਰ ਤਾਂ ਕਹਿ ਰਹੀ ਕਿ ਤੁਸੀਂ ਆਪਣਾ ਰੀਚਾਰਜ ਆਪ ਕਰ ਸਕਦੇ ਹੋ। ਨਹੀਂ, ਇਹ ਐਕਚੁਅਲੀ ਇਹ ਮੀਟਰ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਨਹੀਂ ਹੈਗੇ, ਇਹ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਮੀਟਰ ਨਹੀਂ ਹੈਗੇ। ਇੱਥੇ ਸਿੰਗਲ ਕਨੈਕਸ਼ਨ ਲੱਗਿਆ ਹੋਇਆ ਹੈ ਖੰਨਾ ਜੀ ਦੇ ਨਾਂ ਤੇ। ਉਸ ਕਨੈਕਸ਼ਨ ਇੱਕ ਬੰਦੇ ਦਾ ਸਿੰਗਲ ਕਨੈਕਸ਼ਨ ਹੈ, ਉਹ ਆਪਣਾ ਟ੍ਰਾਂਸਫਾਰਮਰ ਲਗਾਇਆ, ਉਹਦੇ ਪੈਸੇ ਵੀ ਹਾਂ ਬਿਲਡਰ ਨੇ ਖਰਚੇ। ਅਸੀਂ 30-40 ਲੱਖ ਰੁਪਏ ਮਤਲਬ ਸੋਸਾਇਟੀ ਨੇ ਲਗਾ ਕੇ ਖਰਚ ਕੀਤਾ। ਮਤਲਬ ਜੋ ਬੰਦਾ ਇਸ ਪੂਰੀ ਮਾਰਕੀਟ ਦਾ ਓਨਰ ਹੈ, ਉਸ ਦੇ ਨਾਮ ਦੇ ਉੱਪਰ ਹੈ। ਹਾਂ, ਉਹਦੇ ਨਾਮ ਤੇ ਹੀ ਹੈ। ਹੁਣ ਓਨਰ ਉਹ ਨਹੀਂ ਹੈਗੇ, ਉਹਨਾਂ ਨੇ ਤਾਂ ਸੇਲ ਆਊਟ ਕਰਦੇ ਆ ਸਭ ਕੁਝ, ਉਹ ਓਨਰ ਨਹੀਂ ਹੈਗੇ। ਪਰ ਵੈਸੇ ਸੋਸਾਇਟੀ ਉਹਨਾਂ ਨੇ ਨਾਮ ਬਣਾਈ ਸੀ ਤਾਂ ਸਿੰਗਲ ਮੀਟਰ ਲਗਵਾਇਆ ਸੀ। ਇਹ ਬਿਜਲੀ ਬੋਰਡ ਨੇ ਆਪਣੀ ਜਾਨ ਛੁਡਾਉਣ ਵਾਸਤੇ ਸਿੰਗਲ ਮੀਟਰ ਲਗਾ ਦਿੰਦੇ ਨੇ ਤਾਂ ਕਿ ਤੁਸੀਂ ਆਪਣੇ ਆਪ ਮੇਨਟੇਨ ਕਰੋ, ਆਪਣੇ ਆਪ ਬਿੱਲ ਦੇਖੋ ਨਾ ਦੇਖੋ, ਨਹੀਂ ਤਾਂ ਉਹਨਾਂ ਨੂੰ ਕਰਨਾ ਪੈਂਦਾ ਸਭ ਕੁਝ। ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ, ਕਹਿੰਦੇ ਸੀ ਅਸੀਂ ਇਹ ਠੀਕ ਹੈ ਜੀ, ਇਹਦੇ ਸਾਡਾ ਪ੍ਰੈਸ਼ਰ ਘਟਦਾ ਜੀ, ਅਸੀਂ ਇਸ ਕਰਕੇ ਸਿੰਗਲ ਮੀਟਰ ਲਗਾਉਂਦੇ ਆ। ਹਰ ਯੂਨਿਟ ਦਾ ਵੀ ਹੈ, ਸਾਨੂੰ ਜੋ ਸਰਕਾਰੀ ਯੂਨਿਟ ਆਉਂਦਾ ਉਸ ਤੋਂ 3 ਜਾਂ 4 ਰੁਪਏ ਉੱਪਰ ਦੇਣਾ ਪੈਂਦਾ ਸਾਨੂੰ। ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰੀਪੇਡ ਮੀਟਰ ਨੇ ਇਹ ਸਹੀ ਸੀ ਜਾਂ ਦੂਸਰੇ ਮੀਟਰ ਸਹੀ ਨੇ? ਪ੍ਰੀਪੇਡ ਮੀਟਰ ਤਾਂ ਸਹੀ ਨਹੀਂ ਹੈ ਸਰ, ਹਾਲੇ ਵੀ ਅਸੀਂ ਪਰ ਯੂਨਿਟ 3 ਰੁਪਏ ਐਕਸਟਰਾ ਪੇ ਕਰ ਰਹੇ ਹਾਂ, ਜਿੰਦਾ ਕੋਈ ਹਿਸਾਬ ਹੀ ਨਹੀਂ ਹੈਗਾ। ਪ੍ਰੀਪੇਡ ਮੀਟਰ ਦਾ ਮਤਲਬ ਹੈ ਜੇ ਅਸੀਂ ਆਪ ਪੇ ਕਰੀਏ ਜਾਂ ਅਸੀਂ ਰਿਚਾਰਜ ਕਰੀਏ ਤਾਂ ਹੋ ਸਕਦਾ ਹੈ। ਇੱਥੇ ਤਾਂ ਵੈਸੇ ਹੀ 3 ਰੁਪਏ ਯੂਨਿਟ ਪਰ ਯੂਨਿਟ ਅਸੀਂ ਐਕਸਟਰਾ ਪੇ ਕਰ ਰਹੇ ਹਾਂ ਜੀ। ਜਦੋਂ ਮੀਟਰ ਅਸੀਂ ਲਵਾਏ ਆ ਨਾ, ਉਦੋਂ ਇਹਨਾਂ ਨੇ ਸਾਡੇ ਤੋਂ ਕਿਲੋਵਾਟ ਦੇ ਹਿਸਾਬ ਨਾਲ ਪੈਸੇ ਲਏ ਆ, ਲੋਡ ਦੇ ਹਿਸਾਬ ਨਾਲ। ਮੀਨਸ ਵੀ ਜੇ ਮੈਂ 10 ਕਿਲੋਵਾਟ ਲਿਆ ਆਪਦੇ ਉਹ ਹਸਪੀਟਲ ਵਾਸਤੇ ਤਾਂ ਇਹਨਾਂ ਨੇ 80,000 ਰੁਪਏ ਸਾਡੇ ਤੋਂ ਲਿਆ। ਉਹ 80,000 ਕਾਹਦਾ ਲਿਆ ਉਹ ਸਾਨੂੰ ਸਮਝ ਨਹੀਂ ਆਈ ਵੀ ਬਿਜਲੀ ਬੋਰਡ ਵਾਲਾ ਕੋਈ ਨਹੀਂ ਲੈਂਦਾ। ਲੋਡ ਰਸੀਦ ਨਹੀਂ ਹੈ ਉਹਦੀ, ਲੋਡ ਲੈਣ ਪੇਪਰ ਨਹੀਂ ਹੈਗੇ। ਹਾਂਜੀ, ਕੋਈ ਸਾਡੇ ਕੋਲੇ ਰਿਕਾਰਡ ਨਹੀਂ। ਉਹ ਲੋਡ ਲੈਣ ਦੇ ਵੀ ਇਹਨਾਂ ਨੇ 80,000 ਰੁਪਏ ਲਿਆ। ਉਹ ਅਸੀਂ ਕਿੱਥੋਂ ਦਿੱਤਾ? ਉਹ ਵੀ ਦਿੱਤਾ, ਪਹਿਲਾਂ ਉਹ ਦਿੱਤਾ, ਫਿਰ ਬਿਜਲੀ ਵੀ 4 ਰੁਪਏ ਮਹਿੰਗੀ। ਕੀ ਫਾਇਦਾ ਹੋਇਆ ਸਾਨੂੰ? ਔਰ ਕਿਸੇ ਚੀਜ਼ ਦੀ ਕੋਈ ਵੀ ਰਸੀਦ ਨਹੀਂ ਦਿੱਤੀ ਕਦੀ ਵੀ। ਜੇ ਅਸੀਂ ਆਪਣਾ ਮੀਟਰ ਲਵਾਇਆ, ਇਹਨਾਂ ਨੇ ਮੀਟਰ ਸਬ ਮੀਟਰ ਸਾਨੂੰ ਦਿੱਤਾ ਹੈ, ਵੋਟੇ ਦੇ ਹਿਸਾਬ ਨਾਲ ਪੈਸੇ ਲਿੱਤੇ, ਕੋਈ ਰਸੀਦ ਨਹੀਂ ਹੈ ਜੀ। ਤਾਂ ਜਿਹੜੇ ਦੂਸਰੇ ਮੀਟਰ ਸੀ ਪ੍ਰੀਪੇਡ ਤੋਂ ਬਿਨਾਂ ਜਿਹੜੇ ਬਿੱਲ ਤੇ ਆਪਣੇ ਆਮ ਲੱਗੇ ਹੁੰਦੇ ਨੇ, ਤੁਸੀਂ ਮੰਨਦੇ ਹੋ ਅਗਰ ਉਹ ਹੁੰਦੇ ਤਾਂ ਸ਼ਾਇਦ ਇਹ ਚੀਜ਼ ਨਾ ਹੁੰਦੀ, ਤੁਹਾਨੂੰ ਬਿੱਲ ਨਹੀਂ ਆਉਂਦਾ? ਸਕਦੀ ਜੀ, ਕਿਉਂਕਿ ਅਸੀਂ ਤਾਂ ਐਡਵਾਂਸ ਪੈਸੇ ਦੇ ਕੇ ਰੀਚਾਰਜ ਕਰਾ ਰਹੇ, ਫਿਰ ਇਹ ਠੱਗੀ ਕਿੱਦਾਂ ਹੋਣੀ ਸੀ ਜੀ? ਮੇਰੀ ਦੁਕਾਨ ਦਾ ਜਿੰਨਾ ਬਿੱਲ ਆਉਣਾ ਦਾ ਮੈਂ ਆਪਣੇ ਆਪ ਭਰਨਾ ਦਾ ਜੀ। ਇਹਨਾਂ ਨੇ ਸਾਰਾ ਪੈਸਾ ਖਾਇਆ ਹੈ, ਸਾਰਿਆਂ ਦੇ ਐਡਵਾਂਸ ਪੈਸੇ ਲੈ ਕੇ 22-23 ਲੱਖ ਰੁਪਏ ਪੈਂਡਿੰਗ ਕਿੱਦਾਂ ਹੋ ਗਿਆ ਜੀ? ਇਹ ਹੋ ਹੀ ਨਹੀਂ ਸਕਦਾ। ਔਰ ਉਹਦੇ ਬਾਅਦ ਇਹਨਾਂ ਨੇ 15-15 ਹਜ਼ਾਰ ਲੈ ਕੇ ਪਿਛਲੇ ਬਿੱਲ ਪੈਂਡਿੰਗ ਦਾ ਕਲੀਅਰ ਕਰਨੇ ਵਾਸਤੇ 18,75,000 ਰੁਪਏ ਇਕੱਠਾ ਕਰਿਆ। ਉਹ ਇਹਨਾਂ ਨੇ ਇੱਕ ਨੰਬਰ ਜਮ੍ਹਾਂ ਕਰਾਇਆ, ਲੇਕਿਨ ਉਹ ਜਿਹੜਾ ਪਹਿਲਾਂ ਬਿਜਲੀ ਦਾ ਬਿੱਲ ਖਾ ਗਏ ਉਹ ਜਮ੍ਹਾਂ ਕਰਾਇਆ। ਜਿਹੜੇ ਦੁਕਾਨਦਾਰ 2-2 ਹਜ਼ਾਰ ਰੁਪਏ 1,000 ਰੁਪਏ ਕੈਸ਼ ਦਿੰਦੇ ਤੇ ਰੀਚਾਰਜ ਕਰਾਉਂਦੇ, ਉਹ ਕਿਤੇ ਐਂਟਰੀ ਨਹੀਂ ਹੈ ਜੀ। ਤਾਂ ਤੁਸੀਂ ਇਹ ਗੱਲ ਮੰਨਦੇ ਹੋ ਵੀ ਜਿਵੇਂ ਹੁਣ ਜੇ ਇਹੀ ਸਿਸਟਮ ਜਿਹੜਾ ਕਹਿ ਰਹੇ ਨੇ ਕਿ ਪ੍ਰੀਪੇਡ ਮੀਟਰ ਲੱਗਣੇ ਘਰਾਂ ਦੇ ਵਿੱਚ ਲੱਗਣੇ ਨੇ, ਤਾਂ ਇਹ ਦਿੱਕਤ ਕਰਨਗੇ? अगर ये चीज प्रीपेड वाली ना होती तो आज अगर कोई जो नहीं करता उसी की शॉप क्लोज होती, बाकी तो सबकी ओपन रहती ना। तो ये मैटर तो सबसे बड़ा है कि हमारे पर्सनल मीटर लग जाए। इन्होंने मोनोपोली क्रिएट करी हुई है, सब कुछ एक ही बंदे के हाथ में चल रहा है। आगे फिर वो 7-8 मेंबर की कमेटी बना लेते हैं, फिर वो बैठ के 7-8 करप्टी हो जाते हैं। तो अगर आम आदमी आई है ना, तो हम यही विश करेंगे कि वो इस चीज का सोल्यूशन निकालें। स्पेशली भगवंत, ये हमारी जो रिक्वेस्ट है ये स्पेशली भगवंत मान जी को है। अगर वो हम जैसे नॉर्मल इंसानों में से निकल के एक नॉर्मल पार्टी के मेंबर होके सब लोगों की बात सुन रहे हैं, तो ये हमारी एक पर्सनल रिक्वेस्ट है कि ये मैटर भी सॉर्ट आउट होना चाहिए। जो भी इन्होंने पहले लिया और जो भी ये आगे मांग रहे हैं, इसको नल करना चाहिए। It should be null and void। ਤਾਂ ਲੋਕ ਪਰੇਸ਼ਾਨ ਨੇ ਔਰ ਕਹਿ ਰਹੇ ਨੇ ਕਿ ਪ੍ਰੀਪੇਡ ਮੀਟਰਾਂ 'ਚ ਦਿੱਕਤ ਆ ਰਹੀ ਔਰ ਪੈਸੇ ਲੈ ਗਏ ਸੀ। ਹਾਂਜੀ, ਅਸੀਂ ਪਹਿਲਾਂ रिचार्ज कराते फिर बिजली आती है, ये सिलसिला जो है ना शुरू से चल रहा है। लेकिन आज जब हम एडवांस दे के बिजली ले रहे हैं तो हमें दिक्कत क्यों, हमारा कनेक्शन क्यों कटे? हमें परेशानी बार बार कस्टमर कहते हैं यहाँ से पोल्यूशन मार्केट बन गई है, जबकि ग्राहक यहाँ बिल्कुल आने के लिए तैयार नहीं है। हमें इंसाफ चाहिए जी। आदरणीय भगवान जी से मैं अपील करता हूँ कि इस मार्केट को जो है इंसाफ दिलाया जाए। ਇਨਸਾਫ ਦੀ ਮੰਗ ਕਰ ਰਹੇ ਨੇ। ਪੁਰਾਣੀ ਆ ਰਹੇ ਅੰਕਲ ਤੁਹਾਡੇ ਕੋਲ। ਹਾਂਜੀ, ਤੁਸੀਂ ਕਹਿ ਰਹੇ ਸੀ ਅਸੀਂ ਜਦ ਇਹਦੇ ਕੋਲ ਹਿਸਾਬ ਮੰਗਣ ਗਏ ਹੈ ਤੇ ਇਸ ਬੰਦੇ ਨੇ ਕਿਆ ਕੀਤਾ ਕਿ ਸਾਨੂੰ ਨੋਟਿਸ ਵੀ ਲਾਤੇ ਕਿ ਮਾਨਹਾਨੀ ਦਾ ਦਾਅਵਾ ਕਰਤਾ 50,000 ਲੱਖ ਦਾ ਕਿ ਤੁਸੀਂ ਮੇਰੇ ਤੇ ਹਰਾਸਮੈਂਟ ਕਰ ਰਹੇ ਹੋ, ਮੇਰੀ ਦੁਕਾਨ ਤੇ ਆ ਕੇ ਮੈਨੂੰ ਮੇਰਾ ਕੰਮ ਬੰਦ ਕਰਾਤਾ। ਅੱਛਾ, ਸਿਰਫ ਹਿਸਾਬ ਮੰਗਣ ਜਿਹੜੀ ਤੁਸੀਂ ਪੇਮੈਂਟ ਕੀਤੀ ਹੈ ਤੁਹਾਡੇ ਕੋਲ ਪ੍ਰੂਫ ਸਾਰੇ ਹੈਗੇ ਨੇ? ਸਾਡੇ ਕੋਲ ਸਾਰੇ ਪ੍ਰੂਫ ਹੈ, ਸਾਡੇ ਸਾਰੀ ਪਰਚੀਆਂ ਪਈਆਂ ਔਰ ਇਹਦੇ ਕੋਲ ਕੁਝ ਪ੍ਰੂਫ ਨਹੀਂ ਹੈ। ਨਹੀਂ, ਬਾਵਜੂਦ ਉਸਦੇ ਪੁਲਿਸ ਫਿਰ ਵੀ ਐਕਸ਼ਨ ਨਹੀਂ ਲੈ ਰਹੀ? ਭਾਜੀ 2 ਵਾਰੀ ਕੰਪਲੇਂਟ ਕਰਾਤੀ, ਪੁਲਿਸ ਵਾਲੇ ਕੋਈ ਐਕਸ਼ਨ ਨਹੀਂ ਲੈਂਦੇ, ਨਾ ਸਾਨੂੰ ਕੋਈ ਸੁਣਾਈ ਹੋ ਰਹੀ, ਕੁਝ ਨਹੀਂ ਹੋ ਰਿਹਾ।
ਹਾਂਜੀ ਸਰ ਨੈਟਸ਼ਲ ਤਾਂ ਇਹ ਪ੍ਰੋਗਰਾਮ ਹੈ ਕਿ ਇਹ ਬਿਜਲੀ ਸਸਤੀ ਖਰੀਦ ਕੇ ਔਰ ਸਾਨੂੰ ਮਹਿੰਗੀ ਵੇਚ ਰਿਹਾ। ਇੱਕ ਤਰ੍ਹਾਂ ਦੀ ਇਹਨਾਂ ਦੀ ਦੁਕਾਨਦਾਰੀ ਹੈ, ਜਿਹੜੀ ਦੁਕਾਨਦਾਰੀ ਮੈਂ ਸਮਝਦਾ ਕੁਛ ਨਾ ਕੁਛ ਬੰਦੇ ਵਿੱਚ ਮਿਲੇ ਹੋਏ ਨੇ। ਗਵਰਨਮੈਂਟ ਦੇ ਹੁਣ ਭਾਵੇਂ ਜਿਹੜੇ ਮਰਜ਼ੀ ਹੋਣ, ਜਿਹੜੇ ਬਿਜਲੀ ਇਹਨੂੰ ਸਸਤੀ ਦਿੰਦੇ ਔਰ ਸਾਨੂੰ ਮਹਿੰਗੀ ਵੇਚਦਾ। ਇਹ ਇੱਕ ਦੁਕਾਨ ਖੋਲੀ ਹੋਈ ਹੈ। ਇਸ ਚੱਕਰ ਤੋਂ ਦੁਕਾਨਦਾਰਾਂ ਨੂੰ ਬਚਾਇਆ ਜਾਏ ਔਰ ਬਿਜਲੀ ਦੇ ਮੀਟਰ ਸਾਡੇ ਡਾਇਰੈਕਟ ਲਵਾਏ ਜਾਣ ਤਾਂ ਕਿ ਅਸੀਂ ਆਪਣਾ ਬਿੱਲ ਭਰ ਸਕੀਏ, ਨਾ ਕਿ ਅਸੀਂ ਐਡਵਾਂਸ ਪੈਸੇ ਦੇ ਕੇ ਬਿਜਲੀ ਯੂਜ਼ ਕਰ ਸਕੀਏ। ਸਰ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ, ਸਾਰੇ ਦੁਕਾਨਦਾਰ ਹਜ਼ਾਰ ਰੁਪਏ ਮੇਨਟੇਨੈਂਸ ਦੇ ਰਹੇ ਹੈ। ਮਾਰਕੀਟ ਦਾ ਅੱਜ ਦੀ ਰੇਟ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿ ਤੁਸੀਂ ਛੱਤਾਂ ਦੇ ਉੱਤੇ ਘਾਸ ਉੱਗ ਰਹੀ ਹੈ, ਕੰਸਟਰਕਸ਼ਨ ਇੰਨੀ ਪੂਅਰ ਹੋ ਚੁੱਕੀ ਹੈ, ਪਾਣੀ ਉੱਤੇ ਬਹਿੰਦਾ ਪਿਆ ਹੈ। ਹੋਰ ਕਿੰਨੀ ਵਾਰੀ ਹੈ ਕਿ ਇੱਥੋਂ ਦੀਵਾਰਾਂ ਟੁੱਟ ਚੁੱਕੀਆਂ, ਸਾਹਮਣੇ ਟਰੈਸ ਕੈਫੇ ਦੇ ਉੱਤੋਂ ਦੀਵਾਰ ਟੁੱਟ ਚੁੱਕੀ ਹੈ। ਜੋ ਕੁਝ ਵੀ ਤੁਹਾਡੇ ਨਾਲ ਹੋ ਰਿਹਾ, ਚਾਹੇ ਉਹ ਪ੍ਰੀਪੇਡ, ਸਭ ਤੋਂ ਮੇਨ ਦਿੱਕਤ ਸਮਝ ਆ ਰਹੀ ਹੈ ਉਹ ਹੈ ਪ੍ਰੀਪੇਡ ਮੀਟਰਾਂ ਦੀ, ਜਿਸ ਦੀ ਵਜ੍ਹਾ ਨਾਲ ਸਾਰਾ ਪੌੜਾ ਪਿਆ ਹੋਇਆ। ਸਰਕਾਰ ਨੂੰ ਕੀ ਅਪੀਲ ਹੈ? ਸਰਕਾਰ ਨੂੰ ਇਹ ਅਪੀਲ ਹੈ ਕਿ ਸਾਨੂੰ ਇਨਸਾਫ ਦਿਲਵਾਇਆ ਜਾਏ। ਸਾਡੇ ਨਾਲ ਨਾ ਪੁਲਿਸ ਸਾਥ ਦਿੰਦੀ ਹੈ, ਇਧਰੋਂ ਇਹਨੂੰ ਕੋਈ ਗੱਲ ਕਰੋ ਤਾਂ ਇਹ ਬਦਮਾਸ਼ੀ ਨਾਲ पेश आता है। झूठी न्यूज भी दे देता है और झूठी न्यूज दैनिक, अभी कुछ दिन पहले दैनिक भास्कर में झूठी न्यूज निकाली इसने कि मैंने पेमेंट कर दी थी 2 लाख का चेक, मार्केट वालों ने फाड़ दिया, जबकि वो चेक हमारे पास पड़ा है मार्केट वालों के पास। ये मतलब इसने झूठी न्यूज डाली और दैनिक भास्कर में न्यूज आई भी है। ਔਰ ਇੰਨਾ ਜ਼ਿਆਦਾ ਬਦਮਾਸ਼ੀ ਕਰਦਾ ਹੈ। ਹੁਣ ਅਸੀਂ ਜਿੱਦਾਂ ਪ੍ਰਸ਼ਾਸਨ ਨੂੰ ਕਹਿੰਦੇ ਆ, ਪੁਲਿਸ ਨੂੰ ਕਹਿੰਦੇ ਤੇ ਸਾਨੂੰ ਮਾਨਹਾਨੀ ਦੇ ਨੋਟਿਸ ਭੇਜਦਾ ਹੈ ਕਿ ਮੈਂ ਤੁਹਾਡੇ 50 ਲੱਖ ਰੁਪਏ ਦਾ ਰਜਾਨਾ ਕਰਨਾ, ਤੁਸੀਂ ਮੈਨੂੰ ਬੋਲ ਰਹੇ ਹੋ ਕਿ ਪੈਸੇ ਦਿਓ। ਔਰ ਜਿੰਨਾ ਰਜਿਸਟਰ ਸਾਰਾ ਪੈਨਸਿਲ ਨਾਲ ਲਿਖਿਆ ਹੋਇਆ ਹੈ, ਕੋਈ ਪੈਨ ਨਾਲ ਨਹੀਂ ਲਿਖਿਆ ਹੋਇਆ। ਜੋ ਮਰਜ਼ੀ ਮਿਟਾਈ ਦਿਓ, ਜੋ ਮਰਜ਼ੀ ਲਿਖੀ ਦਿਓ, ਸਾਰਾ ਰਜਿਸਟਰ ਪੈਨਸਿਲ ਨਾਲ ਲਿਖਿਆ ਹੋਇਆ ਜੀ। आज तक जिन्नी भी बाहर काउंटर लगे हुए थे जी, छोटे स्टॉल लगे हुए थे या रेडी फड़ी लगी हुई थी, किसी ने कोई तंग नहीं कर रहा था। जब ते ਆਪਾਂ ਇਹਨੂੰ ਪਵਨ ਜੈਨ ਨੂੰ ਕਿਹਾ ਜੀ ਅਸੀਂ ਤੇਰੀ ਪ੍ਰਧਾਨਗੀ ਨਹੀਂ ਮੰਨਦੇ ਵੀ ਤੂੰ ਠੱਗੀ ਕਰ ਰਿਹਾ, ਸਾਡਾ ਪੈਸਾ ਖਾ ਰਿਹਾ, ਉਤੇ ਬਾਅਦ डेली कमेटी वाले आते हैं और ये छोटे छोटे रेडी वालों चक के सामान चक के ले जाते हैं। उन्होंने परेशान करके हरास कर रखे है, या पैसा दो नहीं तो थोड़ा सामान चक के ले जाएंगे। किसी का कोई सामान, किसी की रेडी, सब कुछ चकना शुरू हो जाता जी। ਅੱਛਾ ਪ੍ਰੀਪੇਡ ਮੀਟਰ ਦੀ ਗੱਲ ਹੋ ਰਹੀ ਹੈ, ਇੱਕ ਪਰ ਸ਼ਾਪਕੀਪਰ ਤੋਂ ਕਿੰਨੇ ਕੁ ਹਜ਼ਾਰ ਰੁਪਏ ਮਹੀਨਾ ਜਿਹੜਾ ਹੁੰਦਾ ਤੁਹਾਡੇ ਬਿਜਲੀ ਖਪਤ ਹੁੰਦੀ ਹੈ? सर जो बिजली का खर्चा हो तो जो आ रहा है वो तो आ ही रहा है। उसके अलावा इसको रिकवर करने के लिए 15-15 हजार रुपए सारे मार्केट के शॉपकीपर्स ने एक्स्ट्रा दिए हैं, वो भी पता नहीं कहाँ है कहाँ नहीं है, उसका भी कुछ नहीं हुआ जी क्या बना है। और सबसे जो बुरा हाल इसलिए हो रहा है कि यहाँ पे जो लोकल एडमिनिस्ट्रेशन है, इवन पुलिस स्टेशन भी, वो हमारा साथ नहीं दे रही, उसका साथ दे रही है। ड्यू टू उसकी कोई इन्फ्लुएंस है या पॉलिटिकल पार्टी का सिस्टम है, क्या है पता नहीं हमें क्या है। ਜਿਹੜੇ ਕੁਲਜੀਤ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਤੁਸੀਂ ਇੰਨੀਆਂ ਤੁਹਾਡੇ ਕੋਲ ਦੁਕਾਨਾਂ, ਉਹਨਾਂ ਦੇ ਕੋਲ ਗਏ ਕਿਉਂ ਨਹੀਂ ਹੁਣ ਤੱਕ? ਸਰ ਉਹਨਾਂ ਦਾ ਇੱਕ ਨੁਮਾਇੰਦਾ ਆਇਆ ਸੀਗਾ ਪਰਸੋਂ ਚੌਥੇ ਹੀ, ਤੇ ਉਹਨੂੰ ਉਸਨੇ ਲਿਖ ਕੇ ਦਿੱਤਾ ਕਿ मैं मंगलवार को हिसाब दूंगा, तो वो बात अब मंगलवार परसों बाद आएगा। लेकिन इसने कल आके मार्केट रोड़ा पा दिया कि मैंने हिसाब दे दिया सबको, इवन सबके साथ उखा के बोल रहे मैंने हिसाब दे दिया। कोई जब उससे बैठक की बात हुई फिर मुकर गया, कोई हिसाब नहीं दिया। वो इतनी बदमाशी में उतराया हुआ है जी। अभी उसने खुद लिख के दिया कि वो मंगलवार को हिसाब देगा, और उसने कल की बात है, परसों की बात है, परसों उसने आके यहाँ रोड़ा पा दिया कि मैंने तो हिसाब दे दिया है, जबकि कोई ਇਹ ਗੱਲ ਦੁਬਾਰਾ ਐਮਐਲਏ तक पहुंचाई? सर उनको बोल दिया है, वो मंगलवार की वेट है, मंगलवार को हिसाब देगा तो उससे बात करते हैं क्या है। सर मेरी एक रिक्वेस्ट है, देखो बदमाशी है चल रही है, देखो कानून के अगे कोई बदमाशी नहीं कर सकता। मेरी पुलिस प्रशासन तो रिक्वेस्ट है और इधर दे लोकल ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਤੋਂ ਰਿਕੁਐਸਟ ਹੈ ਕਿ ਇਹ ਸਾਰਾ ਜੋ ਵੀ ਬਦਮਾਸ਼ੀ ਵਾਲਾ ਖੇਲ ਔਰ ਜਿੰਨਾ ਵੀ ਅਕਾਊਂਟ ਦਾ ਸਿਸਟਮ ਹੈ ਸੀਬੀਆਈ ਨੂੰ ਸੌਂਪਿਆ ਜਾਏ। ਦੁੱਧ ਦਾ ਦੁੱਧ ਹੋ ਜਾਏਗਾ ਤੇ ਪਾਣੀ ਦਾ ਪਾਣੀ ਹੋ ਜਾਏਗਾ, ਜੋ ਸੀਬੀਆਈ ਵਾਲੇ ਕਹਿਣਗੇ ਸਾਨੂੰ ਮਨਜ਼ੂਰ ਹੈ। ਦੂਸਰੀ ਗੱਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੇਕਰ ਅੱਜ ਇਸ ਮਾਰਕੀਟ ਦੇ ਵਿੱਚ ਜੇਕਰ ਪ੍ਰੀਪੇਡ ਮੀਟਰ ਲੱਗੇ ਨੇ, ਸਭ ਤੋਂ ਬੜੀ ਦਿੱਕਤ ਇਹ ਆ ਰਹੀ ਆ, ਜੇ ਘਰਾਂ ਦੇ ਵਿੱਚ ਵੀ ਇਹੀ ਪ੍ਰੀਪੇਡ ਮੀਟਰ ਜਿਵੇਂ ਕਿ ਸਰਕਾਰ ਕਹਿ ਰਹੀ ਕਿ ਲਗਾਉਣੇ ਨੇ, ਤਾਂ ਲੱਗਦਾ ਕਿ ਜਿਹੜਾ ਦਿੱਕਤ ਇੱਥੇ ਆ ਰਹੀ ਹੈ ਤਾਂ ਉੱਥੇ ਵੀ ਫਿਰ ਦਿੱਕਤ ਆਊਗੀ। बिल्कुल आएगी जी, बिल्कुल आ सकती है। ਸਾਨੂੰ ਸਰ ਪੀਐਸਪੀਸੀਐਲ ਵਾਲੇ ਹੀ ਸਾਨੂੰ ਮੀਟਰ ਚਾਹੀਦੇ ਆ, ਸਾਨੂੰ ਇਹ ਪ੍ਰੀਪੇਡ ਵਾਲੇ ਮੀਟਰ ਨਹੀਂ ਚਾਹੀਦੇ। ਅੱਜ ਇੱਕ ਖੜਾ ਵੇ ਪਵਨ ਜੈਨ, ਕੱਲ ਨੂੰ ਦੂਜਾ ਨਵਾਂ ਪਵਨ ਜੈਨ ਖੜਾ ਹੋ ਜੇ। ਅਸੀਂ ਕੰਮ ਕਰਨ ਵਾਲੇ ਸ਼ਰੀਫ ਬੰਦੇ ਹੈਗੇ ਤੇ ਆਪਾਂ ਬਦਮਾਸ਼ ਬੰਦੇ ਨਹੀਂ ਹੈਗੇ, ਅਸੀਂ ਕੁਝ ਨਹੀਂ ਕਰ ਸਕਦੇ। ਸਾਨੂੰ ਪੀਐਸਪੀਸੀਐਲ ਦੇ ਮੀਟਰ ਹੀ ਲਗਵਾਓ। ਸਾਨੂੰ ਸਰਕਾਰ ਤੋਂ ਇਹ ਚਾਹੀਦਾ ਕਿ ਸਾਡੇ ਅਲੱਗ-ਅਲੱਗ ਮੀਟਰ ਲੱਗ ਜਾਣ ਤੇ ਸਾਨੂੰ ਇਸ ਤੋਂ ਨਿਜਾਤ ਦਿਲਾਈ ਜਾਏ ਜੀ। ਸਾਡੀ ਐਕਸੀਅਨ ਦੇ ਔਰ ਸਭ ਨੂੰ ਇਹ ਗੁਜ਼ਾਰਿਸ਼ ਹੈ ਕਿ ਸਾਡਾ ਇਹ ਕੰਮ ਛੇਤੀ ਤੋਂ ਛੇਤੀ ਕੀਤਾ ਜਾਏ। दिक्कत आ रही है काफी प्रीपेड मीटर की? सर ऐसा है, बहुत बड़ी दिक्कत आ रही है। हम लोग टेलर लोग हैं, हमारा काम मशीन का है और मशीन के बिना हमारा काम नहीं चलता। लाइट होगी तो प्रेस चलेगी, नहीं तो इन्वर्टर पे प्रेस नहीं चलती है। और हम 5 दिनों से लोगों के शादी का काम पड़ा हुआ है हमारे पास, वो काम भी नहीं दे पा रहे हैं। लोग बाग हमारे सिर पे आके बोल रहे हैं कि हमने आपको काम दिया टाइम के लिए और आपने हमें काम नहीं दिया, तो हम कहाँ जाएं सर, किससे कहें? सरकार हमारी कोई बात नहीं सुन रही है। लोगों की यहाँ शॉपें बंद हो रही हैं और जैन साहब की शॉप खुल रही है।
जैन साहब मोहाली में एक शोरूम और खोल रहे हैं, लोगों की यहाँ शॉपें बंद हो रही हैं, तो इसका कोई हल। ਔਰ ਦੂਸਰੀ ਗੱਲ ਇਹ ਵੀ ਹੈ ਨਾ ਕਿ ਪੀਐਸਪੀਸੀਐਲ ਦੇ ਮੀਟਰ ਹੋਣਗੇ ਤਾਂ ਜਿਹੜਾ 2 ਮਹੀਨੇ ਬਾਅਦ ਬਿੱਲ ਆਉਂਦਾ ਪਹਿਲਾਂ ਤੁਸੀਂ ਬਿਜਲੀ ਯੂਜ਼ ਕਰਦੇ ਹੋ, ਇੱਥੇ ਉਲਟਾ ਪਹਿਲਾਂ ਪੇ ਕਰ ਰਹੇ ਹੋ। पहले पे कर रहे हैं और बाद में हमारी लाइट आती है, लाइट आ भी नहीं रही है, पे भी कर रहे हैं फिर भी लाइट नहीं आ रही है, परेशान है। और सर इसका एक चीज और है पवन जैन का, ये हमें मार्केट में धमकी बहुत देता है, गाली गलौज बहुत करता है, धमकी बहुत देता है। और मेरे को आके स्पेशली बोल के गया था कि तुझे यहाँ अगर मेरे खिलाफ जाएगी तो दंगी हो जाएगी तुझे। मैंने इसकी कंप्लेन भी की थी लेकिन कोई एक्शन नहीं लिया गया। एसएचओ से कंप्लेन गई थी लेकिन कोई एक्शन नहीं लिया गया उस पर। मार्केट में इन्होंने बिना किसी रीजन के जो मेहंदी वाले बच्चे बैठते हैं जो भी है उनको पैसे मांगे जाते थे उनसे कि पैसे दो। अब वो बेचारे गरीब लोग कहाँ से पैसे दें, तो उनको बहुत ज्यादा मारा गया मार्केट के अंदर और उनको उल्टा केस करके उनको थाने में अंतर्बंद करा दिया। अब मार्केट में कोई नहीं गया, हम लोग दोनों लेडीज गए तो इन्होंने हमें धमकी दी है कि 2 लेडीज हमारे अंगेज मार्केट के अंगेज से कैसे जाएंगी। और इनको उसके खिलाफ जो है ना फिर थाने से रमेश लाल जी थे वो आए यहाँ पर और हम दोनों को धमकी देके गए, हमें धमकी देके गए कि अगर आप ऐसा करोगे तो आपको तंगी आएगी, आपको आपके लिए अच्छा नहीं होगा। तो ये कोई सॉल्यूशन है किसी चीज का? मतलब पुलिस भी आके डरा रही है हमें, पवन जैन के कहने पे आपके एएसआई हमें डरा रहे हैं। ਦੂਸਰਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਸਰਕਾਰ ਨੂੰ ਤੁਹਾਡੇ ਵੱਲੋਂ ਜਾਂ ਐਕਸਿਸ ਸਾਹਿਬ ਰਿਕੁਐਸਟ ਕੀਤੀ ਜਾਊਗੀ ਕਿ ਸਾਡੇ ਜਿਹੜੇ ਮੀਟਰ ਨੇ ਦੂਜੇ ਲਾ ਤੇ ਜਾਣ। ਪ੍ਰੀਪੇਡ ਮੀਟਰ ਚਾਹੀਦੇ ਨਹੀਂ, ਕਿਸੇ ਦੁਕਾਨਦਾਰ ਕੋਲ ਸਵੇਰੇ ਪੈਸੇ ਨਹੀਂ ਆ ਉਹਦੀ ਬਿਜਲੀ ਕੱਟੀ ਜਾਂਦੀ, ਉਹ ਤਾਂ ਸਾਰਾ ਦਿਨ ਵਿਚਾਰਾ ਜਦੋਂ ਪੈਸੇ ਆਉਣਗੇ ਪਹਿਲਾਂ ਪੈਸੇ ਭਰੇਗਾ ਤਾਂ ਬਿਜਲੀ ਆਏ। ਸਾਨੂੰ ਮੀਟਰ ਲੱਗਣੇ ਚਾਹੀਦੇ ਤਾਂ ਕਿ ਸਾਡਾ ਬਿੱਲ ਆਵੇ ਔਰ ਸਾਨੂੰ ਪਤਾ ਹੋਇਆ ਅਸੀਂ ਕਿੰਨੀ ਤਰੀਕ ਨੂੰ ਪੈਸੇ ਅਰੇਂਜ ਕਰਕੇ ਜਮ੍ਹਾਂ ਕਰਵਾਉਣੇ। ਇਹ ਪ੍ਰੀਪੇਡ ਮੀਟਰ ਵਾਲਾ ਬਿਲਕੁਲ ਖਤਮ ਹੋਣਾ ਚਾਹੀਦਾ। ਮੀਟਰ ਦੁਕਾਨਦਾਰ ਆਪਣਾ ਲਾਵੇ, ਆਪਣੀ ਬਿਜਲੀ ਫੂਕੇ, ਉਹਨੂੰ ਪਤਾ ਲੱਗੇ ਮੈਂ ਕਿੰਨੀ ਬਿਜਲੀ ਫੂਕ ਰਿਹਾ ਔਰ ਕਿੰਨੀ ਤਰੀਕ ਨੂੰ ਮੇਰਾ ਬਿੱਲ ਡਿਊ ਹੈ। ਇਹ ਨਹੀਂ ਪਤਾ ਕਰਦਾ ਸਵੇਰੇ ਆਉਂਦਿਆਂ ਬਿਜਲੀ ਨਹੀਂ ਹੁੰਦੀ, ਪਹਿਲਾਂ ਪੈਸੇ ਜਮ੍ਹਾਂ ਕਰਾਓ ਤਾਂ ਬਿਜਲੀ। ਪ੍ਰੀਪੇਡ ਮੀਟਰ ਬਿਲਕੁਲ ਨਹੀਂ ਚਾਹੀਦੇ। ਵੀ ਆਰ ਨਾਟ ਇੰਟਰਸਟਡ ਟੂ ਪ੍ਰੀਪੇਡ ਮੀਟਰ। ਤਾਂ ਪ੍ਰੀਪੇਡ ਮੀਟਰ ਕਹਿ ਰਹੇ ਨੇ ਕਿ ਪ੍ਰੀਪੇਡ ਮੀਟਰ ਚੋਰੀ ਦਾ ਸਾਧਨ ਹੈ ਜੀ, ਬਸ ਹੋਰ ਕੁਝ ਨਹੀਂ ਆ। ਉਹ ਸਿਰਫ ਚੋਰੀ ਦਾ ਸਾਧਨ ਹੈ ਕਿ ਕਿੱਦਾਂ ਚੋਰੀ ਕਰੀਏ ਬਸ। ਇਹ ਤਾਂ ਮਤਲਬ ਤੁਸੀਂ ਐਡਵਾਂਸ ਪੇਮੈਂਟ ਲੈਣ ਦਾ ਤਰੀਕਾ ਹੈਗਾ ਕਿ ਸਾਰੇ ਪੈਸੇ ਪਹਿਲੇ ਲੈ ਲਓ। ਮੈਂ 5000 ਦਾ ਰੀਚਾਰਜ ਕਰਦਾ, ਸਾਰੇ ਮਹੀਨੇ ਮੇਰੇ 5000 ਦਾ ਰੀਚਾਰਜ ਖਤਮ ਨਹੀਂ ਹੁੰਦਾ ਤੇ ਮੈਂ ਅੱਜ ਹੀ 5000 ਜਮ੍ਹਾਂ ਕਰਾਣੇ ਪੈਂਦੇ ਨੇ ਮੈਨੂੰ, ਜਦ ਕਿ ਸਰਕਾਰ ਕਹਿੰਦੀ ਹੈ ਕਿ ਤੁਸੀਂ 20 ਦਿਨਾਂ ਬਾਅਦ ਜਾਂ 40 ਦਿਨਾਂ ਬਾਅਦ ਪੈਸੇ ਦਿਓਗੇ ਤੇ ਸਾਨੂੰ ਪਹਿਲੇ ਵੀ ਪੈਸੇ ਵੀ ਦਈਏ, ਉਹਦੇ ਬਾਅਦ ਬਿਜਲੀ ਵੀ ਨਾ ਮਿਲੇ, ਇਹਦਾ ਸਾਨੂੰ ਕੀ ਫਾਇਦਾ ਹੈਗਾ? ਸਰਕਾਰ ਇਹ ਕਿਉਂ ਨਹੀਂ ਕਰਦੀ ਕਿ ਦੂਜੇ ਮੀਟਰ ਕਿਉਂ ਨਹੀਂ ਲਗਾਉਂਦੀ? ਪਰ ਇਹ ਪ੍ਰੀਪੇਡ ਮੀਟਰ ਤੇ ਹੋਣੇ ਹੀ ਨਹੀਂ ਚਾਹੀਦੇ। ਇਹ ਸਭ ਤੋਂ ਖਤਰਨਾਕ ਚੀਜ਼ ਹੈਗੀ ਹੈ। ਇਹ ਪੈਸੇ ਠੱਗਣ ਦਾ ਸਭ ਤੋਂ ਵਧੀਆ ਤਰੀਕਾ ਹੈਗਾ ਪ੍ਰੀਪੇਡ ਮੀਟਰ ਜੀ। ਵੀਰ ਜੀ ਅੱਜ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਅਪੀਲ ਕਰਨਾ ਚਾਹ ਰਹੇ ਹਾਂ ਕਿ ਸਾਨੂੰ ਪਵਨ ਜੈਨ ਤੋਂ ਹਿਸਾਬ ਦਿਵਾਇਆ ਜਾਵੇ। ਮੇਨ ਮੁੱਦਾ ਪੈਸੇ ਉਹ ਖਾ ਗਿਆ, ਮਾਰਕੀਟ ਦਾ ਪੈਸਾ, ਉਹ ਮੀਟਰ ਦਾ ਚੇਂਜ ਕਰਾਣੇ ਹੀ ਕਰਾਣੇ ਨੇ ਜੀ, ਉਹਦੇ 'ਚ ਕੋਈ ਨਹੀਂ ਹੈਗਾ। ਜਿਹੜਾ ਇਹ ਬੈਲੈਂਸ ਹੈ 22.5 ਲੱਖ ਰੁਪਇਆ ਉਹ ਸਾਨੂੰ ਚਾਹੀਦਾ ਹੈਗਾ, ਨਹੀਂ ਸਾਡੇ ਤਾਂ ਕਨੈਕਸ਼ਨ ਹੀ ਨਹੀਂ ਜੁੜਨਾ ਜੀ। ਉਹ ਪੈਸੇ ਆ ਚੁੱਕੇ ਨੇ ਪਵਨ ਜੈਨ ਜੀ ਕੋਲ। ਮੇਨ ਮੁੱਦਾ ਅੱਜ ਸਾਡਾ ਹਿਸਾਬ ਦਾ ਹੈਗਾ ਜੀ, ਸਾਨੂੰ ਪੈਸਾ ਰਿਕਵਰੀ ਚਾਹੀਦੀ ਹੈ। ਤੁਸੀਂ ਇਹ ਮੰਨਦੇ ਹੋ कि जेकर प्रीपेड मीटर ना होते तो शायद ये कपड़ा हो ही ना पाता? बिल्कुल एक अपना होना ही नहीं था जी। और अगे मीटर भी जद ही लगेंगे जी, असं बिजली बोर्ड वाले पिछला बैलेंस क्लीयर करूंगे, उदे बिना तो वो भी सानू कनेक्शन नहीं देगी तो मीटर तो बहुत दूर की गल है। ये साडा हिसाब दिलाया जाए जी, वो पवन जैन तो बैलेंस भरवाया जाए तो साडे मीटर बिजली घर वाले लाएंगे। जो इन्होंने हिसाब दिया था पहले, अभी जो रोल अप आया था इन्होंने परसों ये कह के हाथ झाड़ लिया और लोगों को इकट्ठा किया इन्होंने कि हमने हिसाब दे दिया है, ना तो कोई लिखित रूप में दिया। अब इन्होंने मंगलवार को कहा है, अब ये कहेंगे आगे टाइम बढ़ाएंगे तो हमारे जो जनरेटर का खर्चा है, जो बिजली का खर्चा है, वो कहाँ से पूरा होगा हमारा? ये बताओ आप हमें। ये अगर हम सरकार से नहीं कहेंगे किससे कहेंगे? ऐसे गुंडागर्दी चलती रही तो कल को दूसरा कोई भी आएगा तो वो भी गुंडागर्दी करके पैसा खा के वो भी चला जाएगा, तो हम कहाँ जाएंगे? हम छोटी छोटी दुकानें वाले हैं, अगर हमारा काम नहीं चलेगा तो हम कहाँ से रेंट भरेंगे, कहाँ से आपका बिजली का बिल पे करेंगे? लोग परेशान ने, दिक्कत ने और सब तो बड़ी अहम वजह बनी हुई है लोगों की प्रीपेड मीटर, जिस की वजह करके ये लोग कह रहे हैं कि ठग्या हुआ महसूस कर रहे हैं और कई लाखां का घपला हो चुका। और पहला एडवांस पेमेंट देने के बावजूद भी पिछले 4 ਤੋਂ 5 ਦਿਨਾਂ ਤੋਂ इस मार्केट ਦੇ ਵਿੱਚ ਬਿਜਲੀ ਨਹੀਂ ਆਈ। ਰੈਂਟ ਦੇ ਉੱਪਰ ਜਨਰੇਟਰ ਚੱਲ ਰਹੇ ਨੇ, ਪਾਣੀ ਦੇ ਵਾਟਰ ਟੈਂਕ ਖੜਾਏ ਹੋਏ ਨੇ, ਕਸਟਮਰ ਦੁਕਾਨ ਦੇ ਅੰਦਰ ਬਣ ਨਹੀਂ ਰਿਹਾ ਕਿਉਂਕਿ ਗਰਮੀ ਦੇ ਵਿੱਚ ਅੰਦਰ ਪੱਖੇ ਤੱਕ ਮਸਾਂ ਚੱਲ ਰਹੇ ਨੇ। ਪ੍ਰਸ਼ਾਸਨ ਕੋਲ ਗੁਹਾਰ ਲਗਾਈ ਸੀ, ਪੁਲਿਸ ਸਟੇਸ਼ਨ ਕੋਲ ਗਈ ਸੀ, ਪਰ ਕਹਿ ਰਹੇ ਨੇ ਕਿ ਇਹਨਾਂ ਦੀ ਸੁਣਵਾਈ ਨਹੀਂ ਹੋਈ। ਅੱਜ ਏਬੀਪੀ ਸਾਂਝਾ ਦੇ ਮਾਧਿਅਮ ਰਾਹੀਂ ਸਰਕਾਰ ਤੱਕ ਇਹ ਅਪੀਲ ਕਰ ਰਹੇ ਨੇ ਔਰ ਰਿਕੁਐਸਟ ਕਰ ਰਹੇ ਨੇ ਕਿ ਸਾਡੇ ਪ੍ਰੀਪੇਡ ਮੀਟਰ ਚੇਂਜ ਕਰਕੇ ਦੂਸਰੇ ਲਗਾਏ ਜਾਣ ਔਰ ਜਿਹੜਾ ਸਾਡਾ ਹਿਸਾਬ ਬਣਦਾ ਉਸ ਦਾ ਨਿਬੇੜਾ ਕੀਤਾ ਜਾਵੇ। ਫਿਲਹਾਲ ਇੰਨਾ ਹੀ, ਪਰ ਖਬਰਾਂ ਜਾਰੀ ਨੇ। ਤੁਸੀਂ ਬਣੇ ਰਹੋ ਏਬੀਪੀ ਸਾਂਝਾ ਦੇ ਨਾਲ।